ਸੋ ਆਓ ਜੋ ਲੜੀਵਾਰ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਬਾਣੀ ਦੀ ਸੰਗਤ ਜੀ 9ਵੇਂ ਮਹੱਲੇ ਦੇ ਸਲੋਕਾਂ ਦੀ ਜੋ ਕਥਾ ਵਿਚਾਰ ਚੱਲ ਰਹੀ ਸੀ। ਸੋ ਕਈ ਦਿਨਾਂ ਤੋਂ ਉਸ ਕਥਾ ਦਾ ਵਿਸ਼ਰਾਮ ਸੀ। ਸੋ ਆਓ ਸਤਿਗੁਰੂ ਸਾਹਿਬ ਜੀ ਜਿਵੇਂ ਕਿਰਪਾ ਕਰਦੇ ਨੇ, ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਬਨ ਹਮਾਰੀ, ਸਾਧ ਸੰਗ ਅੰਚਲ ਲਾਭ ਵਿਖਮ ਨਦੀ ਜੈ ਤਰਨੀ। ਸੋ ਆਓ ਜਿੰਨੇ ਵੀ ਸੰਗਤ ਸਰੀਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜੇ ਹੋ, ਸਾਰੇ ਰਸਨਾਂ ਨੂੰ ਪਵਿੱਤਰ ਕਰੋ, ਯਤਨ ਕਰੋ, ਸਤਿਗੁਰੂ ਦੇ ਚਰਨਾਂ 'ਚ ਬੇਨਤੀਆਂ ਕਰੋ। ਮਹਾਰਾਜ ਜੋ ਆਪ ਜੀ ਉਪਦੇਸ਼ ਬਖਸ਼ਦੇ ਹੋ, ਹਿਰਦੇ ਵਿੱਚ ਵਸੇ, ਸਾਰੇ ਮਹਾਰਾਜ ਨੂੰ ਨਮਸਕਾਰ ਕਰੀਏ, ਹਜ਼ੂਰ ਦੇ ਚਰਨਾਂ 'ਚ ਬਿਰਤੀਆਂ ਜੋੜੀਏ। ਸਾਰੇ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੰਜ ਤਤ ਕੋ ਤਨ ਰਚਿਓ, ਜਨ ਹੋ ਚਤੁਰ ਸੁਜਾਨੁ, ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਗਤ ਜੀ ਕਿਰਪਾ ਕਰਦੇ ਨੇ ਕਿ ਇਹ ਜੀਵ ਜਿਹੜਾ ਵਾਹਿਗੁਰੂ ਹੈ, ਜਿੱਥੇ ਸੰਗਤ ਜੀ ਉਹ ਆਪ ਕਥਨ ਤੋਂ ਰਹਿਤ ਹੈ, ਉਹਦੇ ਬਾਬਤ ਕੁਛ ਕਿਹਾ ਨਹੀਂ ਜਾ ਸਕਦਾ। ਸਤਿਗੁਰੂ ਜੀ ਕਹਿੰਦੇ ਫਿਰ ਉਹਦੀ ਪ੍ਰਕਿਰਤੀ ਦੇ ਵੱਲ ਵੇਖ ਕਰਕੇ, ਉਹਦੇ ਕੀਤੇ ਹੋਏ ਕੌਤਕਾਂ ਨੂੰ ਵੇਖ ਕਰਕੇ, ਮਨੁੱਖ ਦੀ ਰਸਨਾ ਤੋਂ ਸੰਗਤ ਜੀ ਫਿਰ ਇੱਕ ਸ਼ਬਦ ਹੀ ਉਚਰਦਾ ਹੈ, ਉਹ ਹੈ ਵਾਹਿਗੁਰੂ। ਵਾਹਿ ਤੋਂ ਭਾਵ ਅਚਰਜ ਰੂਪ, ਕਿਉਂਕਿ ਸੰਦੀ ਕੁਦਰਤ ਦੇ ਵਿੱਚ ਕੁਝ ਵਾਹਿਗੁਰੂ ਨੇ ਐਸੇ ਅਚਰਜ ਕੌਤਕ ਕੀਤੇ ਨੇ ਜੋ ਅੱਜ ਤੱਕ ਮਨੁੱਖ ਦੀ ਬੁੱਧੀ ਨੇ ਪਕੜ ਨਹੀਂ ਕੀਤੇ। ਹੁਣ ਸਤਿਗੁਰੂ ਸਾਹਿਬ ਜੀ ਜੋ ਕਿਰਪਾ ਕਰਦੇ ਨੇ, ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਸਤਿਗੁਰੂ ਜੀ ਕਹਿੰਦੇ ਕਿਉਂਕਿ ਸੰਗਤ ਜੀ ਅੱਜ ਜਿਹੜਾ ਮਨੁੱਖ ਹੈ, ਇਹਨੂੰ ਆਪਣੇ ਆਪ 'ਤੇ ਅਭਿਮਾਨ ਅਤੇ ਗਰਵ ਬੜਾ ਹੈ। ਇਹਨੇ ਥੋੜ੍ਹੀ ਜਿਹੀ ਤਰੱਕੀ ਕਰ ਲਈ, ਥੋੜ੍ਹੀ ਜਿਹੀ ਕੁਦਰਤ ਨੂੰ ਖੋਜ ਲਿਆ ਅਤੇ ਇਹ ਸਮਝ ਬੈਠਾ ਕਿ ਮੈਂ ਉਸ ਕਰਤੇ ਦਾ ਅੰਤ ਪਾ ਲਿਆ। ਸਤਿਗੁਰੂ ਸਾਹਿਬ ਜੀ ਹੁਣ ਜਿਹੜੀ ਉਦਾਹਰਨ, ਜਿਹੜੀ ਬਖਸ਼ਿਸ਼ ਕਰਦੇ ਨੇ, ਉਹ ਸੰਗਤ ਜੀ ਅਚਰਜ ਕਰਨ ਵਾਲੀ ਹੈ। ਮਹਾਰਾਜ ਜੀ ਕਹਿੰਦੇ ਭਾਈ ਗੁਰਸਿੱਖੋ, ਉਹ ਵਾਹਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ, ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਸ ਸੰਸਾਰ ਦਾ ਕੈਸਾ ਕੌਤਕ ਰਚਾਇਆ ਹੈ। ਮਹਾਰਾਜ ਜੀ ਕਹਿੰਦੇ ਪੰਜ ਤਤ ਕੋ ਤਨ ਰਚਿਓ। ਪੰਜ ਤੋਂ ਭਾਵ ਪੰਜ, ਤਤ ਕੋ ਤਨ ਰਚਿਓ। ਤਨ ਨਾਮ ਹੈ ਸੰਧੀ ਸਰੀਰ ਦਾ, ਕਿ ਜਿਹੜਾ ਮਨੁੱਖ ਦਾ ਸਰੀਰ ਹੈ, ਇਹ ਸੰਗਤ ਜੀ ਪੰਜ ਤੱਤਾਂ ਤੋਂ ਪੈਦਾ ਹੋਇਆ ਹੈ। ਇੰਨੀ ਗੱਲ ਹਰ ਇੱਕ ਜੀਵ ਕਹਿ ਸਕਦਾ ਹੈ ਕਿ ਮਨੁੱਖ ਦਾ ਸਰੀਰ ਪੰਜ ਤੱਤਾਂ ਤੋਂ ਪੈਦਾ ਹੋਇਆ। ਪਰ ਸੰਗਤ ਜੀ ਵੇਖੋ, ਕਿਤੇ ਅੱਗ ਦਾ ਅਤੇ ਪਾਣੀ ਦਾ ਮੇਲ ਨਹੀਂ, ਦੋਨੇ ਇੱਕ ਦੂਜੇ ਦੇ ਵਿਰੋਧੀ ਨੇ। ਫਿਰ ਇਸ ਪ੍ਰਕਾਰ ਮਹਾਰਾਜ ਜੀ ਕਹਿੰਦੇ ਉਹ ਵਾਹਿਗੁਰੂ ਤੋਂ ਬਲਿਹਾਰ ਨੇ ਕੁਰਬਾਨ ਜਾਈਏ।
ਜਿਹੜਾ ਇਸ ਮਨੁੱਖੇ ਸਰੀਰ ਦਾ ਉਪਾਦਾਨ ਕਾਰਨ ਵੀ ਆਪ ਹੈ ਤੇ ਨਿਮਿਤ ਕਾਰਨ ਵੀ ਆਪ ਹੈ। ਕਿਉਂਕਿ ਸੰਗਤ ਜੀ ਕਿਸੇ ਵੀ ਵਸਤੂ ਦੀ ਕੋਈ ਬਣਾਉਣੀ ਹੋਵੇ, ਉਹਦਾ ਉਪਾਦਾਨ ਕਾਰਨ ਤੇ ਨਿਮਿਤ ਕਾਰਨ ਹੁੰਦੇ ਨੇ। ਦੋ ਕਾਰਨ ਵਿਦਵਾਨਾਂ ਨੇ ਮੰਨੇ ਨੇ। ਸਮਝਣ ਵਾਸਤੇ ਜਿਵੇਂ ਘੜਾ ਬਣਾਉਣਾ ਹੋਵੇ, ਕਿਉਂਕਿ ਗੁਰੂ ਸਾਹਿਬ ਜੀ ਨੇ ਘੜੇ ਦੀ ਗੁਰਬਾਣੀ ਵਿੱਚ ਬਹੁਤ ਉਦਾਹਰਨ ਦਿੱਤੀ ਹੈ। ਘੜਾ ਵੀ ਜਿਹੜਾ ਘੜਾ ਹੈ, ਜਿਹਨੂੰ ਆਪਾਂ ਤੌੜਾ ਕਹਿੰਦੇ ਹਾਂ, ਮੱਗਾ, ਇਹ ਵੀ ਸੰਗਤ ਜੀ 5 ਤੱਤਾਂ ਤੋਂ ਬਣਿਆ ਹੈ। ਗੁਰੂ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਾਵਨ ਬਾਣੀ ਅੰਦਰ ਸੱਚੇ ਪਾਤਸ਼ਾਹ ਜੀ ਬਖਸ਼ ਕਰਦੇ ਨੇ, ਛਿਨ ਛਿਨ ਔਦ ਬਿਹਾਤ ਹੈ, ਫੂਟੈ ਘਟ ਜਿਉ ਪਾਣੀ। ਉੱਥੇ ਵੀ ਮਹਾਰਾਜ ਨੇ ਘੜੇ ਦੀ ਉਜੰਪਲ ਦਿੱਤੀ ਹੈ। ਤਾਂ ਤੇ ਸੰਗਤ ਜਿਹੜਾ ਘੜਾ ਹੈ ਸਮਝਣ ਵਾਸਤੇ ਉਹਦੇ ਵੀ ਦੋ ਕਾਰਨ ਹੁੰਦੇ ਨੇ, ਉਪਾਦਾਨ ਕਾਰਨ ਤੇ ਨਿਮਿਤ। ਉਪਾਦਾਨ ਕਾਰਨ ਘੜੇ ਦਾ ਕੀ ਹੈ? ਮਿੱਟੀ। ਜੇ ਭਾਈ ਮਿੱਟੀ ਸੀ ਤਾਂ ਘੜਾ ਬਣਿਆ। ਨਿਮਿਤ ਕਾਰਨ ਉਹਨੂੰ ਬਣਾਉਣ ਵਾਲਾ ਵੀਰ, ਜਿਹੜੇ ਉਹਨੇ ਸਾਧਨ ਵਰਤੇ, ਜਿਵੇਂ ਚੱਕ, ਡੰਡਾ, ਲਾਠੀ, ਇਹ ਉਹਦੇ ਨਿਮਿਤ ਕਾਰਨ ਹੋ ਗਏ। ਫਿਰ ਇਸੇ ਪ੍ਰਕਾਰ ਵਾਹਿਗੁਰੂ ਨੇ ਜਿਹੜਾ ਮਨੁੱਖਾ ਸਰੀਰ ਬਣਾਇਆ ਹੈ, ਇਹ ਸੰਸਾਰ ਰਚਿਆ ਹੈ, ਉਹਦਾ ਭਾਈ ਵਾਹਿਗੁਰੂ ਜੀ ਉਪਾਦਾਨ ਤੇ ਨਿਮਿਤ ਕਾਰਨ ਵੀ ਆਪ ਹੀ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, 5 ਤੱਤ ਕੋ ਤਨ ਰਚਿਓ ਕਿ ਗੁਰਸਿੱਖੋ ਵੇਖੋ ਵਾਹਿਗੁਰੂ ਦੀ ਕੁਦਰਤ ਦੇ ਵੱਲ। ਉਹਨੇ ਵਿਰੋਧੀਆਂ ਦਾ ਮਿਲਾਪ ਕਰਾ ਕੇ 5 ਤੱਤ ਆਕਾਸ਼, ਵਾਯੂ, ਹਵਾ, ਪਾਣੀ, ਭੂਮੀ, ਭਾਵ ਮਿੱਟੀ ਇਤਿਆਦਿ ਸੰਗਤ 5 ਤੱਤ ਵਾਹਿਗੁਰੂ ਨੇ ਇਕੱਠੇ ਕੀਤੇ। ਫਿਰ ਉਹਨਾਂ 5 ਤੱਤਾਂ ਨੂੰ ਸ਼ਬਦ, ਸਪਰਸ, ਰਸ, ਰੂਪ, ਗੰਧ, ਇਹਨਾਂ 5 ਨੂੰ ਉਹਨਾਂ ਨੇ ਅੱਗੇ 25 ਭਾਗਾਂ ਦੇ ਵਿੱਚ ਵੰਡ ਲਿਆ, ਜਿਹਨੂੰ ਵਿਦਵਾਨ ਕਹਿੰਦੇ ਨੇ 25 ਪ੍ਰਕਿਰਤੀਆਂ। ਭਾਵ ਇੱਕ ਤੱਤ ਦੇ ਜਿਵੇਂ ਪਾਣੀ ਦੇ 5 ਹਿੱਸੇ ਕਰ ਲਏ, 5 ਹਿੱਸੇ ਕਰਕੇ ਇੱਕ ਹਿੱਸਾ ਜਿਹੜਾ ਵੱਧ ਭਾਗ ਸੀ ਉਹ ਵਾਹਿਗੁਰੂ ਨੇ ਇੱਕ ਉਹਦੇ ਕੋਲ ਰਹਿ ਗਿਆ, ਤੇ 4 ਹਿੱਸਿਆਂ ਨੂੰ ਜਿਹੜੇ 4 ਤੱਤ ਸੀਗੇ, ਮਿੱਟੀ, ਆਕਾਸ਼, ਹਵਾ ਤੇ ਅਗਨੀ, ਉਹਨੂੰ ਦੇ ਦਿੱਤੇ। ਵਿਦਵਾਨਾਂ ਨੇ ਮਨੁੱਖ ਨੂੰ ਸਮਝਾਉਣ ਵਾਸਤੇ ਉਦਾਹਰਨਾਂ ਦਿੱਤੀਆਂ ਨੇ। ਇਸੇ ਪ੍ਰਕਾਰ ਸਤਿਗੁਰੂ ਨੇ ਸੰਗਤ ਫਿਰ ਇਹਨਾਂ 5 ਤੱਤਾਂ ਨੂੰ, ਜਿਵੇਂ ਕੁਮਹਾਰ ਵੀਰ ਮਿੱਟੀ ਨੂੰ ਗੁਣਦਾ ਹੈ ਪਾਣੀ ਪਾ ਕੇ, ਪਾਣੀ ਦਾ ਤੇ ਮਿੱਟੀ ਦਾ ਉਹਦੇ ਵਿੱਚ ਸੁਮੇਲ ਹੋ ਗਿਆ, ਫਿਰ ਉਹਨੂੰ ਅੱਗ 'ਤੇ ਚਾੜ੍ਹ ਕੇ ਘੜੇ ਨੂੰ ਪਕਾਉਂਦਾ ਹੈ। ਫਿਰ ਜਿਹੜਾ ਘੜੇ ਦਾ ਖਾਲੀ ਸਥਾਨ ਹੁੰਦਾ ਹੈ ਉਹ ਆਕਾਸ਼ ਦਾ ਤੱਤ ਬਣ ਜਾਂਦਾ ਹੈ। ਇਸ ਪ੍ਰਕਾਰ ਸੰਗਤ ਜੀ ਮਨੁੱਖ ਦਾ ਸਰੀਰ ਰਚਿਆ ਹੈ। ਸੋ ਜਿਹੜਾ ਵਾਹਿਗੁਰੂ ਹੈ, ਸਤਿਗੁਰੂ ਜੀ ਕਹਿੰਦੇ ਗੁਰਸਿੱਖੋ, ਉਹਨੇ 5 ਤੱਤ ਇਕੱਠੇ ਕਰਕੇ ਫਿਰ ਉਹਨਾਂ ਦੇ ਸੂਖਮ ਅੰਸ਼ ਤੋਂ ਵਾਹਿਗੁਰੂ ਦੀ ਸੱਚੇ ਪਾਤਸ਼ਾਹ ਨੇ ਮਨੁੱਖ ਦਾ ਸਰੀਰ ਬਣਾਇਆ, ਇਸ ਸੰਸਾਰ ਨੂੰ ਬਣਾਇਆ ਹੈ, ਜਿਹਨੂੰ ਸ਼ਬਦ, ਸਪਰਸ, ਰਸ, ਰੂਪ, ਗੰਧ ਕਿਹਾ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਵਾਹਿਗੁਰੂ ਦੀ ਪ੍ਰਕਿਰਤੀ ਤੋਂ, ਉਹਦੇ ਕੁਦਰਤ ਤੋਂ ਇਸ ਚਰਜ ਹਾਂ। 5 ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਜਾਨੋ ਤੋਂ ਭਾਵ ਜਾਣਨਾ ਕਰੋ, ਚਤੁਰ ਕਿ ਜਿਹੜਾ ਸੂਝਵਾਨ, ਸੁਜਾਨ ਜਿਹੜਾ ਸਾਰਿਆਂ ਤੋਂ ਸ੍ਰੇਸ਼ਟ ਬੁੱਧੀ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ, ਉਹਨੇ ਹੀ ਭਾਈ ਇਹ ਮਨੁੱਖਾ ਸਰੀਰ ਨੂੰ ਬਣਾਇਆ ਹੈ। ਕਿਉਂਕਿ ਜੇਕਰ ਮਨ ਵਿੱਚ ਸ਼ੰਕਾ ਜਾਵੇ ਵੀ ਘੜਾ ਤੇ ਭਾਈ ਤਾਂ ਬਣਿਆ, ਪਹਿਲਾਂ ਮਿੱਟੀ ਸੀ, ਮਿੱਟੀ ਤੋਂ ਘੜੇ ਦੀ ਪੈਦਾਇਸ਼ ਹੋ ਗਈ, ਜੇ ਮਿੱਟੀ ਨਾ ਹੁੰਦੀ ਤਾਂ ਘੜਾ ਕਿਵੇਂ ਬਣਦਾ? ਕਿ ਸੰਸਾਰ ਰਚਣ ਤੋਂ ਪਹਿਲਾਂ ਕੋਈ ਚੀਜ਼ ਹੋਵੇਗੀ ਜਿਹੜੀ ਸੰਗਤ ਜੀ ਜਿਹਦੇ ਨਾਲ ਸੰਸਾਰ ਰਚਿਆ ਹੈ। ਫਿਰ ਮਹਾਂਪੁਰਖਾਂ ਨੇ ਉਦਾਹਰਨ ਦਿੱਤੀ ਹੈ, ਜਿਵੇਂ ਮੱਕੜੀ ਹੁੰਦੀ ਹੈ, ਮੱਕੜੀ ਨੂੰ ਵੇਖਿਓ, ਉਹ ਉਪਾਦਾਨ ਕਾਰਨ ਤੇ ਨਿਮਿਤ ਕਾਰਨ ਆਪਣਾ ਆਪ ਹੁੰਦੀ ਹੈ। ਕਿਉਂਕਿ ਮੱਕੜੀ ਆਪਣੇ ਸਥੂਲ ਸਰੀਰ ਵਿੱਚੋਂ ਜਾੜਾ ਆਪ ਹੀ ਬਣਾਉਂਦੀ ਹੈ।
ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ। ਨਾਨਕ ਤਿਸ ਬਲਿਹਾਰਨੈ, ਜਲ ਥਲ ਮਹੀ ਅਲ ਸੋਏ। ਕਿ ਭਾਈ ਵਾਹਿਗੁਰੂ ਜਲਾਂ ਦੇ ਵਿੱਚ ਵੀ ਥਲਾਂ ਦੇ ਵਿੱਚ ਵੀ ਰਮਿਆ ਹੋਇਆ ਹੈ। ਉਹ ਸਾਰੇ ਸੰਸਾਰ ਦਾ ਕਰਤਾ ਧਰਤਾ ਆਪ ਹੈ। ਉਹ ਸੰਸਾਰ ਦਾ ਉਪਾਦਾਨ ਕਾਰਨ ਅਤੇ ਨਿਮਿਤ ਕਾਰਨ ਵੀ ਵਾਹਿਗੁਰੂ ਆਪ ਹੈ। ਅੱਗੇ ਸਤਿਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਜਿਹ ਤੇ ਉਪਜਿਓ ਨਾਨਕ, ਲੀਨ ਤਾਹੇ ਮੈਂ ਮਾਨ। ਸਤਿਗੁਰੂ ਸਾਹਿਬ ਜੀ ਕਹਿੰਦੇ ਫਿਰ ਭਾਈ ਜਿਹੜੇ ਤੱਤਾਂ ਤੋਂ ਜੀਵ ਸੰਗਤ ਜੀ ਪੈਦਾਇਸ਼ ਹੋਇਆ, ਜੀਵ ਦੀ ਪੈਦਾ ਹੋਣਾ ਹੋਇਆ ਹੈ, ਫਿਰ ਸਤਿਗੁਰੂ ਜੀ ਕਹਿੰਦੇ ਜਿਸ ਵੇਲੇ ਸਮਾਂ ਆਉਂਦਾ ਹੈ, ਸਰੀਰ ਦਾ ਭਾਂਡਾ ਫੁੱਟਦਾ, ਭਾਵ ਸਵਾਸ ਨਿਕਲ ਜਾਂਦੇ ਨੇ। ਜਿਹ ਤੇ ਉਪਜਿਓ, ਉਪਜੇ ਤੋਂ ਭਾਵ ਪੈਦਾ ਹੋਇਆ। ਜਿਹ ਤੇ ਉਪਜਿਓ ਨਾਨਕ, ਲੀਨ ਤਾਹੇ ਮੈਂ ਮਾਨ। ਲੀਨ ਤੋਂ ਭਾਵ ਉਹਦੇ ਵਿੱਚ ਸਮਾਉਣਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਥਨ ਕਰਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਰੂਪ, ਕਿਉਂਕਿ ਇਸ ਦੀ ਮਨੁੱਖ 5 ਤੱਤਾਂ ਤੋਂ ਪੈਦਾ ਹੋਇਆ ਹੈ। ਅਤੇ ਮਹਾਰਾਜ ਜੀ ਕਹਿੰਦੇ ਫਿਰ ਜਿਸ ਵੇਲੇ ਸਮਾਂ ਆਉਂਦਾ ਹੈ, ਲੀਨ ਤਾਹੇ ਮਹਿਮਾਨ, ਉਹਨਾਂ ਦੇ ਵਿੱਚ ਹੀ ਸਮਾ ਜਾਂਦਾ ਹੈ। ਕਿਉਂਕਿ ਆਪਾਂ ਵੇਖੀਏ, ਜੇਕਰ ਕਈ ਵਾਰੀ ਸੰਸਾਰ ਵਿੱਚ ਆਪਾਂ ਸਾਰੇ ਵਿਚਰਦੇ ਹਾਂ, ਜੰਮਣਾ ਅਤੇ ਮਰਨਾ, ਦੁੱਖ ਅਤੇ ਸੁੱਖ, ਇਹ ਸੰਸਾਰ ਦੇ ਸੰਗੀ ਧਰਮ ਨੇ। ਕਈ ਵਾਰੀ ਮਨੁੱਖ ਦਾ ਸਰੀਰ, ਹੁਣ ਤਾਂ ਅੱਜ ਕੱਲ੍ਹ ਤਾਂ ਕੈਮੀਕਲ ਬੜੀਆਂ ਸਾਇੰਸ ਨੇ ਆਪਣੇ ਗਿਆਨ ਦੁਆਰਾ ਤਰੱਕੀ ਕੀਤੀ ਹੈ। ਮਨੁੱਖ ਦਾ ਸਰੀਰ ਸੰਬੰਧੀ ਕਈ ਘੰਟਿਆਂ ਤੱਕ, ਕਈ ਸਾਲਾਂ ਤੱਕ ਵੀ ਸੁਰੱਖਿਅਤ ਤੌਰ 'ਤੇ ਰੱਖਿਆ ਜਾ ਸਕਦਾ ਹੈ। ਪਰ ਤੁਸੀਂ ਵੇਖਿਓ, ਜੇਕਰ ਆਪਾਂ ਉਹ ਕੈਮੀਕਲ, ਉਹ ਮਨੁੱਖ ਦੁਆਰਾ ਜਿਹੜੇ ਸਾਧਨ ਬਣਾਏ ਨੇ, ਉਹਨਾਂ ਦੀ ਵਰਤੋਂ ਨਾ ਕਰੀਏ ਤਾਂ ਸੰਗਤ ਜਿਹੜਾ ਮਨੁੱਖ ਦਾ ਸਰੀਰ ਹੈ, ਉਹ ਤੱਤਾਂ ਦੇ ਵਿੱਚ ਤੱਤ ਰਲਣੇ ਸ਼ੁਰੂ ਹੋ ਜਾਂਦੇ ਨੇ। ਸਰੀਰ ਨੂੰ ਚੁੱਕ ਕੇ ਅੰਗੀਠੇ 'ਤੇ ਰੱਖਣਾ ਮੁਸ਼ਕਲ ਹੋ ਜਾਂਦਾ ਹੈ। ਭਾਵ ਮਿੱਟੀ ਦੇ ਤੱਤ ਮਿੱਟੀ ਵਿੱਚ ਜਾ ਸਮਾਉਣ ਲੱਗ ਜਾਂਦਾ ਹੈ, ਹਵਾ ਦਾ ਤੱਤ ਹਵਾ ਵੱਲ ਦੌੜਦਾ ਹੈ। ਇਸੇ ਪ੍ਰਕਾਰ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਜਿਹੜੀ ਚੀਜ਼ ਦਾ ਜਿਹੜਾ ਧੁਰਾ ਹੁੰਦਾ ਹੈ, ਉਹ ਸੰਗਤ ਜਾ ਕੇ ਉੱਥੇ ਹੀ ਆਪਣੇ ਧੁਰੇ ਦੇ ਨਾਲ ਮਿਲਦਾ ਹੈ। ਸਮਝਣ ਵਾਸਤੇ ਵੇਖੋ, ਜਿਵੇਂ ਆਪਾਂ ਥੋੜ੍ਹੀ ਜਿਹੀ ਮਿੱਟੀ ਲੈ ਲਈਏ, ਮਿੱਟੀ ਦੀ ਡਲੀ ਰੋੜਾ, ਉਹਨੂੰ ਉੱਪਰ ਨੂੰ ਸੁੱਟੀਏ ਤਾਂ ਉਹ ਸੰਗਤ ਹਮੇਸ਼ਾ ਨੀਚੇ ਨੂੰ ਆਵੇਗਾ। ਅਤੇ ਜੇਕਰ ਆਪਾਂ ਪਾਣੀ ਪਾਈਏ ਧਰਤੀ ਦੇ ਉੱਪਰ, ਉਹ ਵੀ ਜਿੱਥੋਂ ਧਰਤੀ ਦੇ ਵਿੱਚੋਂ ਪਾਣੀ ਪੈਦਾ ਹੋਇਆ ਧਰਤੀ ਵਿੱਚ ਸਮਾਵੇਗਾ। ਪਰ ਕਈ ਵਾਰੀ ਮਨ ਵਿੱਚ ਸ਼ੰਕਾ ਆ ਗਈ ਕਿ ਜਿਹੜੀ ਵਜਨ ਵਾਲੀ ਚੀਜ਼ ਹੈ, ਜੇਕਰ ਉਹਨੂੰ ਉੱਪਰ ਨੂੰ ਸੁੱਟਾਂਗੇ ਉਹ ਨੀਚੇ ਨੂੰ ਆਵੇਗੀ। ਪਰ ਸੰਗਤ ਜੀ ਇਹ ਨਹੀਂ। ਅਗਨੀ ਵੱਲ ਵੇਖੋ, ਜਿਹੜੀ ਅਗਨੀ ਹੈ, ਜਿਸ ਵੇਲੇ ਅਸੀਂ ਚੰਡਾ ਪ੍ਰਚੰਡ ਕਰਦੇ ਹਾਂ, ਅੱਗ ਜਲਾਉਂਦੇ ਹਾਂ, ਅਤੇ ਅੱਗ ਤਾਂ ਨੂੰ ਉੱਪਰ ਨੂੰ ਉੱਠਦੀ ਹੈ। ਕਿਉਂਕਿ ਵਿਦਵਾਨਾਂ ਨੇ ਜਿਹੜੀ ਅਗਨੀ ਹੈ 5 ਤੱਤਾਂ ਦੇ ਵਿੱਚ ਆਉਂਦੀ ਹੈ, ਇਹ ਆਕਾਸ਼ ਦਾ ਅੰਸ਼ ਮੰਨਿਆ ਹੈ। ਤਾਂ ਤੇ ਮਹਾਰਾਜ ਜੀ ਕਹਿੰਦੇ ਫਿਰ ਭਾਈ ਉਹ ਆਕਾਸ਼ ਵੱਲ ਦੌੜਦੀ ਹੈ। ਸ੍ਰੀ ਅਕਾਲ ਉਸਤਤ ਦੀ ਬਾਣੀ ਵਿੱਚ ਮਹਾਰਾਜ ਨੇ ਬੜੇ ਵਿਸਥਾਰ ਦੇ ਨਾਲ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਗਤ ਇਸ ਬਾਣੀ ਦਾ, ਇਸ ਤੱਤਾਂ ਬਾਰੇ ਵਿਸਥਾਰ ਸਹਿਤ ਮਹਾਰਾਜ ਨੇ ਕਥਨ ਕੀਤਾ ਹੈ। ਤਾਂ ਤੇ ਕਹਿਣ ਤੋਂ ਭਾਵ ਕਿ ਭਾਈ ਜਿਹੜੀ ਚੀਜ਼ ਜਿੱਥੋਂ ਪੈਦਾ ਹੋਈ ਹੈ, ਉਹਨੇ ਉੱਥੇ ਜਾ ਕੇ ਸਮਾ ਜਾਣਾ ਹੈ। ਪਰ ਜਿਹੜਾ ਸੰਗੀ ਮਨੁੱਖ ਹੈ, ਫਿਰ ਇਹ ਕਿੱਥੋਂ ਪੈਦਾ ਹੋਇਆ? ਕਿਉਂਕਿ ਸਤਿਗੁਰੂ ਸਾਹਿਬ ਦੀ ਬਾਣੀ ਕਹਿੰਦੀ ਹੈ ਕਿ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਹ। ਹੁਣ ਇਹੋ ਨਹੀਂ ਪਤਾ ਕਿ ਮਨੁੱਖ ਜਿਹੜਾ ਪੈਦਾ ਕਿੱਥੋਂ ਹੋਇਆ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮਾਂ ਦੀ ਗੱਲ ਕਰੀਏ ਮਹਾਰਾਜ ਨੇ। ਹੋਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਸੰਗਤ ਦੀ ਉਦਾਹਰਨਾਂ ਮਿਲਦੀਆਂ ਨੇ, ਜਿਹਨੂੰ ਮਹਾਰਾਜ ਜੀ ਕਹਿੰਦੇ ਹਾਂ ਆਇਆ ਦੂਰੋਂ ਚੱਲ ਕੇ। ਦੂਰੋਂ ਚੱਲ ਕੇ ਆਉਣ ਦਾ ਭਾਵ ਇਹ ਨਹੀਂ ਕਿ ਇਹ ਜੇ ਫਲਾਣੇ ਪਿੰਡੋਂ ਆਇਆ, ਇਹ ਫਲਾਣੇ ਥੋੜ੍ਹੀ ਦੂਰ ਕਿਸੇ ਬਸਤੀ ਦੇ ਵਿੱਚੋਂ ਗੁਰਦੁਆਰੇ ਚੱਲ ਕੇ ਆਇਆ। ਇਸ ਦਾ ਭਾਵ ਇਹ ਹੈ ਕਿ ਪਤਾ ਹੀ ਨਹੀਂ ਜੀਵ ਨੇ ਕਿੰਨੇ ਕੁ ਜਨਮ ਭੋਗੇ ਨੇ, ਕਿੱਥੋਂ ਇਹਦਾ ਆਗਾਜ਼ ਹੋਇਆ। ਤਾਂ ਤੇ ਮਹਾਰਾਜ ਜੀ ਕਹਿੰਦੇ ਭਾਈ ਸੰਸਾਰ ਦਾ ਨਹੀਂ ਪਤਾ ਇਹ ਕਦੋਂ ਰਚਿਆ। ਕਿਸੇ ਨੇ ਮੰਨਿਆ ਹੈ ਕਿ ਜਵਾਲਾਮੁਖੀ ਫੁੱਟੀਆਂ, ਉਹ ਠੰਡੀਆਂ ਹੋਈਆਂ, ਫਿਰ ਸੰਸਾਰ ਬਣਿਆ।
ਕਿਸੇ ਨੇ ਕਿਹਾ ਕਿ ਸਾਡੇ ਅਭਿਮਾਨੀ ਦੇਵਤਿਆਂ ਨੇ ਬਣਾਇਆ ਹੈ, ਕਿਸੇ ਨੇ ਕਿਵੇਂ ਮੰਨਿਆ ਹੈ, ਕਿਸੇ ਨੇ ਕਿਵੇਂ ਮੰਨਿਆ ਹੈ। ਧੰਨ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ। ਕਿ ਭਾਈ ਜਿਹੜੇ ਵਾਹਿਗੁਰੂ ਨੇ ਸ੍ਰਿਸ਼ਟੀ ਸਾਜੀ ਹੈ, ਵਿਰੋਧੀ ਤੱਤਾਂ ਨੂੰ ਸੰਗਤ ਜੀ ਸੁਮੇਲ ਕਰਕੇ, ਉਹਨਾਂ ਨੂੰ ਇਕੱਠੇ ਕਰਕੇ ਇਹ ਸੰਸਾਰ ਬਣਾਇਆ ਹੈ, ਮਹਾਰਾਜ ਜੀ ਕਹਿੰਦੇ ਉਹੀ ਜਾਣਦਾ ਹੈ। ਤਾਂ ਤੇ ਭਾਈ ਮਹਾਰਾਜ ਜੀ ਕਹਿੰਦੇ, ਜਿਹ ਤੇ ਉਪਜੋ ਨਾਨਕਾ ਲੀਨ ਤਾਹੇ ਮਹਿਮਾਨ। ਕਿ ਜਿੱਥੋਂ ਮਨੁੱਖ ਦੇ ਜਿਹੜੇ ਤੱਤਾਂ ਤੋਂ ਜੀ ਪੈਦਾ ਹੋਇਆ, ਉਹਨਾਂ ਵਿੱਚ ਹੀ ਜਾ ਕੇ ਰਲ ਜਾਵੇਗਾ। ਉਹ ਤਾਂ ਸਮਝ ਸਾਡਾ ਜਿਹੜਾ ਸਰੀਰ ਇਹ ਰਲੇਗਾ, ਪਰ ਜਿਹੜੀ ਸਾਡੀ ਆਤਮਾ ਹੈ, ਜਿਹੜਾ ਸਾਨੂੰ ਚਲਾ ਰਿਹਾ ਹੈ ਕੋਈ ਅੰਦਰ। ਕਿਉਂਕਿ ਅਸੀਂ ਵੇਖੀਏ, ਜੇ ਕਈ ਵਾਰੀ ਸਾਡੇ ਮੰਨ ਲਓ ਕੋਈ ਸਰੀਰ ਦਾ ਕੋਈ ਅੰਗ ਪੈਰ ਉਦਾਹਰਨ ਵਾਸਤੇ ਜਾੜ ਦੁਖਣ ਲੱਗ ਜਾਵੇ, ਅਸੀਂ ਕਦੇ ਇਉਂ ਨਹੀਂ ਕਹਿੰਦੇ ਕਿ ਮੈਂ ਜਾੜ ਦੁਖਦਾ ਹਾਂ, ਸਗੋਂ ਕਹਿੰਦੇ ਆ ਮੇਰੀ ਜਾੜ ਦੁਖਦੀ ਹੈ। ਉਹ ਕੌਣ ਹੈ ਭਾਈ ਜਿਹੜਾ ਅੰਦਰ ਬੈਠਾ ਕਹਿ ਰਿਹਾ ਹੈ ਕਿ ਮੇਰੀ ਜਾੜ ਦੁਖਦੀ ਹੈ? ਕਿਉਂਕਿ ਆਪਾਂ ਜੇ ਆਪਣੀ ਕੋਈ ਵਸਤੂ ਉਦਾਹਰਨ ਤੌਰ 'ਤੇ ਫੋਨ ਆਪਾਂ ਤੋਂ ਦੂਰ ਪਿਆ ਹੋਵੇਗਾ, ਆਪਾਂ ਕਹਾਂਗੇ ਮੇਰਾ ਫੋਨ ਫੜਾਓ, ਕਿ ਆਪਾਂ ਤੋਂ ਦੂਰ ਹੈ। ਇਹ ਕੋਈ ਦੂਸਰੀ ਵਸਤੂ ਹੈ ਜਿਹਦੀ ਆਪਾਂ ਮੰਗ ਕਰ ਰਹੇ ਹਾਂ। ਉਹ ਕੌਣ ਹੈ ਜਿਹੜਾ ਆਪਣੇ ਅੰਦਰ ਬੈਠਾ ਕਹਿ ਰਿਹਾ ਹੈ ਕਿ ਮੇਰੀ ਜਾੜ ਦੁਖਦੀ ਹੈ? ਸੰਗਤ ਜੀ, ਉਹ ਸਾਖੀ ਮੰਨਿਆ, ਉਹ ਕਿਸੇ ਨੇ ਆਤਮਾ ਕਿਹਾ ਹੈ, ਕਿਸੇ ਨੇ ਕੁਛ ਕਿਹਾ ਹੈ। ਭਾਈ ਜਿਹੜਾ ਉਹ ਹੈ, ਫਿਰ ਉਹ ਕਿੱਥੋਂ ਪੈਦਾ ਹੋਇਆ? ਉਹ ਸਤਿਗੁਰੂ ਜੀ ਕਹਿੰਦੇ, ਕਹੋ ਕਬੀਰ ਤੂੰ ਰਾਮ ਕੀ ਅੰਸ਼। ਉਹ ਭਾਈ ਰਾਮ ਵਾਹਿਗੁਰੂ ਤੋਂ ਪੈਦਾ ਹੋਇਆ। ਮਹਾਰਾਜ ਜੀ ਕਹਿੰਦੇ, ਏਕੋ ਜਿਹਨੂੰ ਵੇਦਾਂ ਨੇ ਕਿਹਾ ਏਕੋ ਉਪਜਿਓ ਬਹੁ ਸ਼ਾਮਾ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸ੍ਰੀ ਜਾਪ ਸਾਹਿਬ ਵਿੱਚ ਕਹਿ ਰਹੇ, ਏਕ ਹੈ ਅਨੇਕ ਹੈ। ਕਿ ਪਹਿਲਾਂ ਵਾਹਿਗੁਰੂ ਇੱਕ ਸੀ, ਫਿਰ ਉਹ ਅਨੇਕ ਹੋ ਗਿਆ। ਅਨੇਕ ਹੈ ਫਿਰ ਏਕ ਹੈ। ਫਿਰ ਅਨੇਕਾਂ ਤੋਂ ਕਦੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ, ਕਦੇ ਨਿਤ ਪਰ ਲੋ, ਨਿਮਿਤ ਪਰ ਲੋ, ਮਹਾਂ ਪਰ ਲੋ। ਜਿਸ ਵੇਲੇ ਮਹਾਂ ਪਰ ਲੋ ਆਉਂਦੀ ਹੈ ਤਾਂ ਉਸ ਵੇਲੇ ਜਿਹੜੇ ਤੱਤ ਨੇ ਉਹ ਵੀ ਆਪਣੇ ਆਪਣੇ ਵਿੱਚ ਰਚ ਜਾਂਦੇ ਨੇ। ਉਹ ਵੀ ਜਾ ਕੇ ਸਾਰੇ ਮਾਇਆ 'ਚ ਜਾ ਕੇ ਸਮਾ ਜਾਂਦੇ ਨੇ। ਅਤੇ ਮਾਇਆ ਅੱਗੇ ਜਿਹੜੀ ਵਾਹਿਗੁਰੂ ਤੋਂ ਪੈਦਾ ਹੋਈ ਹੈ, ਫਿਰ ਉਹ ਜਾ ਕੇ ਵਾਹਿਗੁਰੂ ਵਿੱਚ ਸਮਾ ਜਾਂਦੀ ਹੈ। ਇਉਂ ਸੰਸਾਰ ਵਿਦਵਾਨਾਂ ਨੇ ਮੰਨਿਆ ਕਿ ਵਾਹਿਗੁਰੂ ਨੇ ਕਲਪਤ ਸੰਬੰਧ ਦੁਆਰਾ ਇਹ ਸੰਸਾਰ ਪੈਦਾ ਕੀਤਾ। ਕਿਉਂਕਿ ਆਪਾਂ ਵੇਖਦੇ ਹਾਂ ਸੰਸਾਰ ਵਿੱਚ ਕਿ ਨਰ ਮਾਦੇ ਤੋਂ ਸੰਗੀ ਸੰਸਾਰ ਜੀਵਾਂ ਦੇ ਅੰਦਰ, ਜੰਤੂਆਂ ਦੇ ਅੰਦਰ ਵਾਧਾ ਹੁੰਦਾ ਹੈ। ਮਹਾਰਾਜ ਦੇ ਬਚਨ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਇਆ। ਕਿ ਮਾਤਾ ਪਿਤਾ ਤੋਂ ਬਿਨਾਂ ਬੱਚੇ ਦੀ ਹੋਂਦ ਨਹੀਂ ਹੁੰਦੀ। ਇਸ ਪ੍ਰਕਾਰ ਜਿਸ ਵੇਲੇ ਸਮਝੀ ਵਾਹਿਗੁਰੂ ਨੇ ਸ੍ਰਿਸ਼ਟੀ ਰਚੀ ਹੋਵੇਗੀ, ਫਿਰ ਵਾਹਿਗੁਰੂ ਨੇ ਕਿਹਦੇ ਨਾਲ ਆਪਣੇ ਸੰਬੰਧ ਬਣਾਏ ਹੋਣਗੇ। ਜੇ ਪਰ ਵਾਹਿਗੁਰੂ ਭਾਈ ਭੋਗੀ ਹੈ ਤਾਂ ਫਿਰ ਰੋਗੀ ਵੀ ਹੋਵੇਗਾ। ਫਿਰ ਜਿਹੜਾ ਰੋਗੀ ਹੈ ਉਹ ਸੰਗਤ ਜੀ ਮਰਦਾ ਅਤੇ ਜੰਮਦਾ ਵੀ ਹੈ। ਫਿਰ ਸਤਿਗੁਰੂ ਜੀ ਕਹਿੰਦੇ, ਸਤਿਗੁਰ ਮੇਰਾ ਜਾਗਤ ਹੈ ਦਿਓ। ਕਿ ਨਾ ਉਹ ਆਵੇ ਨਾ ਹੋਏ ਜਾਵੇ। ਕਿ ਵਾਹਿਗੁਰੂ ਨੂੰ ਤਾਂ ਸਹਿਬ ਅੰਗ ਸੁਤੇ ਪ੍ਰਕਾਸ਼ ਮੰਨਿਆ ਹੈ, ਨਾ ਉਹ ਭੋਗਾਂ ਅਤੇ ਰੋਗਾਂ ਤੋਂ ਰਹਿਤ ਹੈ। ਕਿਵੇਂ ਸੰਸਾਰ ਦੀ ਪੈਦਾਇਸ਼ ਹੋਈ? ਸਤਿਗੁਰੂ ਜੀ ਕਹਿੰਦੇ, ਏਕਾ ਮਾਈ। ਕਿ ਇੱਕ ਭਾਈ ਮਾਇਆ ਦੁਆਰਾ, ਏਕਾ ਮਾਈ ਜੁਗਤ ਵਿਆਈ। ਕਿ ਪਰਮੇਸ਼ਰ ਵਾਹਿਗੁਰੂ ਨੇ ਉਹ ਮਾਇਆ ਦੁਆਰਾ ਆਪਣਾ ਕਲਪਤ ਸੰਬੰਧ ਬਣਾਇਆ। ਕਲਪਤ ਸੰਬੰਧ ਕੀ ਚੀਜ਼ ਹੈ? ਜਿਵੇਂ ਸੰਗੀ ਸੂਰਜ ਸਵੇਰੇ ਪ੍ਰਕਾਸ਼ ਹੁੰਦਾ ਹੈ। ਹੁਣ ਤਾਂ ਸਰਦੀ ਦਾ ਮੌਸਮ ਹੈ, ਜਿਸ ਵੇਲੇ ਜੂਨ ਜੁਲਾਈ ਦਾ ਮਹੀਨਾ ਹੋਵੇਗਾ, ਤੁਸੀਂ ਵੇਖਿਓ ਕਿ ਉਸ ਵੇਲੇ ਸੂਰਜ ਸੰਗਤ ਜੀ ਪਤਾ ਨਹੀਂ ਕਿੰਨੇ ਕਰੋੜ ਧਰਤੀ ਤੋਂ ਦੂਰੀ 'ਤੇ ਹੈ। ਪਰ ਜੂਨ ਦੇ ਮਹੀਨੇ ਧਰਤੀ ਇੰਨੀ ਤਪ ਜਾਂਦੀ ਹੈ, ਇਉਂ ਲੱਗਦਾ ਕਿ ਜਿਵੇਂ ਸੂਰਜ ਧਰਤੀ ਦੇ ਨਾਲ ਮਿਲਿਆ ਹੋਵੇ। ਭਾਵ ਨਾਲੇ ਤਾਂ ਸੂਰਜ ਧਰਤੀ ਤੋਂ ਅਸੰਗ ਹੈ, ਨਾਲੇ ਸੰਗ ਹੈ, ਨਾਲੇ ਦੂਰ ਹੈ ਅਤੇ ਕਿਰਨਾਂ ਦੁਆਰਾ ਨੇੜੇ ਹੈ। ਇਸੇ ਤਰ੍ਹਾਂ ਭਾਈ ਵਾਹਿਗੁਰੂ ਨੇ ਪਹਿਲਾਂ ਆਪ ਉਹਦੇ ਮਨ ਵਿੱਚ ਇੱਕ ਦਿਨ ਵਿਚਾਰ ਹੋਇਆ ਵਾਹਿਗੁਰੂ ਦੇ ਕਿ ਮੈਂ ਅਨੇਕ ਹੋ ਜਾਵਾਂ। ਫਿਰ ਸਤਿਗੁਰੂ ਨੇ ਆਪਣੇ ਦੁਆਰਾ ਇੱਕ ਮਾਇਆ ਬਣਾਈ। ਉਹ ਮਾਇਆ ਤੋਂ ਸਤਿਗੁਰੂ ਜੀ ਕਹਿੰਦੇ, ਏਕਾ ਮਾਈ, ਏਕਾ ਮਾਈ ਜੁਗਤ ਵਿਆਈ। ਉਹਦੇ ਨਾਲ ਕਲਪਤ ਸੰਬੰਧ ਬਣਾਇਆ। ਤਿੰਨ ਚੇਲੇ ਪ੍ਰਵਾਨ। ਤਿੰਨ ਚੇਲੇ ਕਿਹੜੇ ਨੇ? ਰਜੋ ਗੁਣ, ਤਮੋ ਗੁਣ, ਸਤੋ ਗੁਣ। ਚਾਹੋ ਜਿਹਨੂੰ ਸਨਾਤਨੀਏ ਵੀਰ ਕਹਿੰਦੇ ਨੇ ਬ੍ਰਹਮਾ ਜੀ, ਵਿਸ਼ਨੂੰ ਜੀ ਅਤੇ
ਬ੍ਰਹਮਾ ਜੀ, ਵਿਸ਼ਨੂੰ ਜੀ ਅਤੇ ਸ਼ਿਵ ਜੀ ਇਹ ਤਿੰਨਾਂ ਨੇ ਸੰਸਾਰ ਦੇ ਅੰਦਰ ਸੰਸਾਰ ਨੂੰ ਬਣਾਉਣਾ ਕੀਤਾ। ਕਿਉਂਕਿ ਬ੍ਰਹਮੇ ਨੇ ਸ੍ਰਿਸ਼ਟੀ ਸਾਜੀ। ਉਹ ਸਨਾਤਨੀ ਵੀਰ ਕਹਿੰਦੇ ਨੇ, ਸਤਿਗੁਰੂ ਵੀ ਕਥਨ ਕਰਦੇ ਨੇ, ਕੋਟ ਬ੍ਰਹਮਾ ਜਗ ਸਾਜਨ ਲਾਏ, ਕਿ ਭਾਈ ਕਰੋੜਾਂ ਹੀ ਬ੍ਰਹਮੇ ਸੰਸਾਰ ਨੂੰ ਸਾਜ ਰਹੇ ਨੇ। ਅਤੇ ਵਿਸ਼ਨੂੰ ਜੀ ਸੰਗਤ ਜੀ ਫਿਰ ਸੰਸਾਰ ਦੀ ਵਾਸਤੇ ਰੋਜੀ ਰੋਟੀ ਦਾ ਪ੍ਰਬੰਧ ਕਰਦੇ ਨੇ, ਭੰਡਾਰੀ ਨੇ। ਇੱਕ ਸੰਸਾਰੀ, ਇੱਕ ਸੰਸਾਰ ਨੂੰ ਵਿਸ਼ਨੂੰ ਬਣ ਕੇ ਸਾਜਰ, ਇੱਕ ਭੰਡਾਰੀ, ਇੱਕੋ ਨੂੰ ਭਰ, ਇੱਕ ਲਾਏ ਦੀਵਾਨ। ਸਤਿਗੁਰੂ ਜੀ ਕਹਿੰਦੇ ਸ਼ਿਵ ਜੀ ਬਣ ਕੇ ਫਿਰ ਵਾਹਿਗੁਰੂ ਸੰਸਾਰ ਨੂੰ ਲਾਇਤਾ ਕਰ ਰਿਹਾ ਹੈ। ਤਿੰਨ ਚੇਲੇ ਪ੍ਰਵਾਨ, ਪਰ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਇਹ ਵੀ ਭਾਈ ਇਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਹੈ। ਕਿਉਂਕਿ ਸੰਗਤ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਹੈ, ਉਹ ਸਾਰੇ ਕੰਮ ਆਪ ਨਹੀਂ ਕਰਦਾ। ਅੱਗੇ ਉਹਨੇ ਰਾਜਾਂ ਦੇ ਵਿੱਚ ਮੁੱਖ ਮੰਤਰੀ ਬਣਾਏ ਹੁੰਦੇ ਨੇ। ਮੁੱਖ ਮੰਤਰੀਆਂ ਦੇ ਨੀਚੇ ਅੱਗੇ MLA, ਉੱਥੋਂ ਫਿਰ ਹੋਰ ਜਿਹੜੇ ਨਗਰਾਂ ਦਾ, ਸ਼ਹਿਰਾਂ ਦਾ ਵਿਕਾਸ ਕਰਦੇ ਨੇ। ਪਰ ਜਿਹੜਾ ਦੇਸ਼ ਦਾ ਪ੍ਰਬੰਧ ਹੈ, ਉਹ ਸਾਰਾ ਪ੍ਰਧਾਨ ਮੰਤਰੀ ਦੇ ਹੱਥ ਵਿੱਚ ਹੀ ਹੁੰਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਇਸ ਸੰਸਾਰ ਬ੍ਰਹਿਮੰਡ ਦਾ ਪ੍ਰਬੰਧ ਹੈ, ਇਹ ਭਾਈ ਇਹ ਸਾਰਾ ਵਾਹਿਗੁਰੂ ਦੇ ਹੱਥ ਵਿੱਚ ਹੀ ਹੈ। ਇਹਨੂੰ ਹਰਨ ਭਰਨ ਵਾਲਾ ਵਾਹਿਗੁਰੂ ਹੈ। ਮਹਾਰਾਜ ਜੀ ਕਹਿੰਦੇ ਹਰਨ ਭਰਨ ਜਾ ਕਾ ਨੇਤਰ ਫੋਰ। ਸ੍ਰੀ ਗੁਰੂ ਅਰਜਨ ਸਾਹਿਬ ਜੀ ਸੁਖਮਨੀ ਸਾਹਿਬ ਵਿੱਚ ਕਹਿੰਦੇ ਭਾਈ ਵਾਹਿਗੁਰੂ ਅੱਖ ਦੇ ਭਰਕਣ ਦੇ ਸਮੇਂ ਵਿੱਚ ਹੀ ਸੰਸਾਰ ਨੂੰ ਬਣਾ ਲੈਂਦਾ ਹੈ, ਅਤੇ ਇੰਨੇ ਸਮੇਂ ਵਿੱਚ ਹੀ ਸੰਸਾਰ ਨੂੰ ਲਾਇਤਾ ਕਰ ਦਿੰਦਾ ਹੈ। ਭਾਈ ਸਤਿਗੁਰੂ ਤਾਈ ਤੇ ਮਹਾਰਾਜ ਜੀ ਕਹਿੰਦੇ ਜਿਸ ਠਾਕੁਰ ਸਿਓ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਇਹ ਮਨੁੱਖਾ ਜਿਹੜੇ ਠਾਕੁਰ ਦੇ ਨਾਲ, ਜਿਹੜੇ ਵਾਹਿਗੁਰੂ ਦਾ ਸੰਗਤ ਜੀ ਅੰਤ ਨਹੀਂ ਪਿਆ ਜਾ ਸਕਦਾ, ਐਸੇ ਵਾਹਿਗੁਰੂ ਨੂੰ ਤੇ ਨਮਸਕਾਰ ਬਣਦੀ ਹੈ। ਕਿਵੇਂ ਉਹ ਵਾਹਿਗੁਰੂ ਨੇ ਸੰਸਾਰ ਰਚਿਆ। ਅੱਜ ਜੀਵ ਨੇ ਕੁਝ ਬਾਹਰੀ ਗਿਆਨ ਲੈ ਕਰਕੇ ਅੱਜ ਖੋਜਾਂ ਕਰ ਰਿਹਾ, ਕਿਤੇ ਪਰਮਾਣੂ ਦੀਆਂ, ਕਿਤੇ ਆਕਾਸ਼ਾਂ ਦੀਆਂ, ਪਤਾਲਾਂ ਦੀਆਂ। ਪਰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਅਤੇ ਮਹਾਰਾਜ ਅੱਜ ਤੋਂ ਕਾਫੀ ਸਮਾਂ ਪਹਿਲਾਂ ਹੀ ਸਤਿਗੁਰੂ ਸਾਹਿਬ ਜੀ ਸਰਲੇਖ ਬਾਣੀ ਸ੍ਰੀ ਜਪਜੀ ਸਾਹਿਬ ਅੰਦਰ ਕਥਨ ਕਰਕੇ ਗਏ ਸਨ ਕਿ ਓੜਕ ਓੜਕ ਭਾਲ ਥਕੇ ਵੇਦ ਕਹਿਨ ਇੱਕ ਬਾਤ। ਦਸਤਗੀਰ ਪੀਰ ਨੇ ਕਿਹਾ ਸੀ ਕਿ ਮਹਾਰਾਜ ਸੱਤ ਹੀ ਪਤਾਲ ਨੇ, ਪਰ ਗੁਰੂ ਸਾਹਿਬ ਜੀ ਕਹਿੰਦੇ ਭਾਈ ਤੇਰੀ ਨਿਗਾਹ ਇੰਨੀ ਕੁ ਹੋਣੀ ਹੈ। ਕਿਉਂਕਿ ਸਮਝੀ ਕਿਸੇ ਮਨੁੱਖ ਦੀ ਨਿਗਾਹ ਕਈ ਵਾਰੀ ਘਟ ਜਾਂਦੀ ਹੈ, ਕਿਸੇ ਦੀ ਵੱਧ ਹੁੰਦੀ ਹੈ। ਜਿੱਥੋਂ ਤੱਕ ਕਿਸੇ ਦੀ ਨਜ਼ਰ ਹੁੰਦੀ ਹੈ, ਉਹਨੂੰ ਉੱਥੋਂ ਤੱਕ ਦੀਂਦਾ ਹੈ। ਤਾਂ ਤੇ ਸਤਿਗੁਰੂ ਸਾਹਿਬ ਜੀ ਨੇ ਸੰਗਤ ਜੀ ਉਹਨਾਂ ਦੇ ਧਰਮਾਂ ਦੇ ਵਿੱਚ ਜੋ ਸੱਤ ਪਤਾਲ ਲਿਖੀ ਸੀ, ਮਹਾਰਾਜ ਨੇ ਉਹਨੂੰ ਵੀ ਖੰਡਨ ਨਹੀਂ ਕੀਤਾ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਘਰ ਅਦਵੈਤ ਹੈ। ਅਤੇ ਮਹਾਰਾਜ ਜੀ ਕਹਿੰਦੇ ਭਾਈ ਸਾਡੀ ਨਜ਼ਰ ਵਿੱਚ ਤਾਂ ਬਹੁਤ ਆ ਰਹੇ ਨੇ। ਕੋਟ ਬ੍ਰਹਿਮੰਡ ਕੋ ਸੁਆਮੀ ਮੇਰਾ, ਸਰਬ ਜੀਆਂ ਕਾ ਦਾਤਾ ਰੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇੱਕ ਬ੍ਰਹਿਮੰਡ ਦੀ ਗੱਲ ਨਹੀਂ, ਸਤਿਗੁਰੂ ਤੇ ਭਦੇ ਨੇ ਕਿੰਨੇ ਇੱਕ ਬ੍ਰਹਿਮੰਡਾਂ ਦਾ ਮਾਲਕ ਹੈ। ਤਾਂ ਤੇ ਸੰਗਤ ਜੀ ਮਹਾਰਾਜ ਜੀ ਕਹਿੰਦੇ ਜਿਹ ਤੇ ਉਪਜਿਓ ਨਾਨਕ, ਲੀਨ ਤਾਹੇ ਮਹਿਮਾਨ। ਭਾਈ ਜਿਹੜਾ ਸਰੀਰ ਹੈ, ਇਹ ਤਾਂ ਜਿਹੜੇ ਤੱਤਾਂ ਤੋਂ ਪੈਦਾ ਹੋਇਆ ਸੀ ਉਹਦੇ ਵਿੱਚ ਜਾ ਕੇ ਲੀਨ ਹੋ ਜਾਣਾ ਹੈ। ਪਰ ਜਿਹੜੀ ਉਹ ਆਤਮਾ ਹੈ, ਉਹ ਜਿਹੜੀ ਵਾਰ-ਵਾਰ ਭਟਕ ਰਹੀ ਹੈ, ਫਿਰ ਉਹਦੇ ਜਿੱਥੋਂ ਪੈਦਾ ਹੋਈ ਹੈ ਉਸ ਦੇ ਨਾਲ ਕਿਵੇਂ ਮਿਲਣਾ ਹੈ। ਫਿਰ ਸਤਿਗੁਰੂ ਜੀ ਦਾ ਸੰਗ ਥੋੜ੍ਹਾ ਜਿਹਾ ਸਮਝਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਇਤਿਹਾਸ ਵਿੱਚ ਵਚਨ ਆਉਂਦੇ ਨੇ ਕਿ ਇੱਕ ਵਾਰੀ ਸਤਿਗੁਰਾਂ ਦੇ ਕੋਲ ਕਿਸੇ ਹੋਰ ਬ੍ਰਹਿਮੰਡ ਦੇ ਵਿੱਚੋਂ ਕੋਈ ਮਹਾਂਪੁਰਖ ਆਇਆ। ਕਿਉਂਕਿ ਮਹਾਰਾਜ ਦੇ ਬਚਨ ਕੋਟ ਬ੍ਰਹਿਮੰਡ ਕੋ ਠਾਕੁਰ ਮੇਰਾ, ਇਕੱਲੇ ਇਸ ਧਰਤੀ ਦੇ ਉੱਪਰ ਹੀ ਨਹੀਂ ਜੀਵ ਰਹਿ ਰਹੇ, ਹੋਰ ਵੀ ਐਸੇ ਬਹੁਤ ਕੁਝ ਹੈ ਜੋ ਅਦ੍ਰਿਸ਼ਟ ਵੀ ਨੇ। ਕਈਆਂ ਨੂੰ ਸਿਮਰਨ ਅਭਿਆਸ ਦੁਆਰਾ ਨਜ਼ਰ ਵੀ ਆਉਂਦਾ ਹੈ ਕੁਝ। ਤਾਂ ਉਹ ਕੋਈ ਦੇਵ ਰੂਹ ਜਿਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਆਈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਸ ਦੇਵ ਲੋਕ ਨੇ, ਉਸ ਮਹਾਂਪੁਰਖ ਨੇ ਸਤਿਕਾਰ ਕੀਤਾ। ਸਤਿਕਾਰ ਵਜੋਂ ਉਹਨੇ ਮਹਾਰਾਜ ਨੂੰ ਇੱਕ ਬੜੇ ਸੁੰਦਰ ਪੰਛੀ ਦੇ ਖੰਭ ਭੇਟਾ ਕੀਤੇ। ਉਹਨੇ ਜਾਣਿਆ ਕਿ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿੱਥੇ ਬਾਦਸ਼ਾਹ ਨੇ ਉੱਥੇ ਦਰਵੇਸ਼ ਵੀ ਨੇ, ਜਿੱਥੇ ਦਰਵੇਸ਼ ਨੇ ਉੱਥੇ ਬਾਦਸ਼ਾਹ ਵੀ ਨੇ। ਕਿ ਮਹਾਰਾਜ ਜੀ ਸ਼ਾਸਤਰਧਾਰੀ ਨੇ, ਇਹਨਾਂ ਸ਼ਾਸਤਰਾਂ ਦੇ ਨਾਲ ਲਾ ਕੇ ਇਹ ਖੰਭਾਂ ਤੋਂ ਸੇਵਾ ਲੈਣਗੇ। ਖੰਭ ਬੜੇ ਦੂਰ ਦੇ ਨੇ, ਬੜੀ ਦੂਰ ਡਾਰੀ ਮਾਰਦੇ ਨੇ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਗਤ ਦੇਣੀ ਸੀ ਸੰਸਾਰ ਨੂੰ ਸਿੱਖਿਆ। ਮਹਾਰਾਜ ਨੇ ਸੰਸਾਰ ਦਾ ਭਲਾ ਕਰਨਾ ਸੀ।
ਕਿ ਜਿਸ ਵੇਲੇ ਉਹ ਮਹਾਂਪੁਰਸ਼ ਸਤਿਗੁਰਾਂ ਦੇ ਕੋਲ ਖੰਭ ਭੇਟਾ ਕਰਕੇ ਚਲਿਆ ਗਿਆ, ਉਹ ਸਤਿਪੁਰਸ਼ ਦਾ ਬੜਾ ਸੁੰਦਰ ਸਰੀਰ ਸੀ। ਤਾਂ ਗੁਰਸਿੱਖਾਂ ਨੇ, ਭਾਈ ਦਇਆ ਸਿੰਘ ਨੇ ਕਿਹਾ, ਮਹਾਰਾਜ ਇਹ ਕੌਣ ਮਹਾਂਪੁਰਸ਼ ਸਨ, ਇੰਨੇ ਸੁੰਦਰ ਸਰੀਰ ਵਾਲੇ, ਇਹਨਾਂ ਦੀਆਂ ਅੱਖਾਂ ਇੰਨੀਆਂ ਨਿਰਮਲ ਅੱਖਾਂ ਸਨ, ਇਹਨਾਂ ਦਾ ਇੰਨੀ ਸੁੰਦਰ ਮਠਿਆਸ ਰਸਨਾ, ਤੇ ਇਹ ਕਿੱਥੋਂ ਆਏ ਸੀ, ਕਿਹੜੇ ਦੇਸ਼ ਦੇ ਵਾਸੀ ਸੀ? ਸਤਿਗੁਰੂ ਜੀ ਕਹਿਣ ਲੱਗੇ, ਭਾਈ ਬਹੁਤ ਦੂਰ ਤੋਂ ਆਏ ਸੀ। ਤਾਂ ਉਸ ਵੇਲੇ ਭਾਈ ਦਇਆ ਸਿੰਘ ਨੂੰ ਮਹਾਰਾਜ ਜੀ ਕਹਿੰਦੇ, ਭਾਈ ਦਇਆ ਸਿੰਘ ਇਹ ਖੰਭ ਬਹੁਤ ਕੀਮਤੀ ਨੇ, ਅਸੀਂ ਇਹਨਾਂ ਨੂੰ ਆਪਣੇ ਬਾਣਾਂ ਦੇ ਨਾਲ ਲਾ ਕੇ, ਤੀਰਾਂ ਦੇ ਨਾਲ ਲਾ ਕੇ ਛੱਡਦੇ ਹਾਂ, ਤੁਸੀਂ ਸਾਡੇ ਬਾਣ ਲੈ ਕੇ ਆਓ ਜਿੱਥੇ ਡਿੱਗਣਗੇ। ਤਾਂ ਸੰਗਤ ਜੀ ਭਾਈ ਦਇਆ ਸਿੰਘ ਦੀ ਕਮਾਂਡ ਦੇ ਹੇਠ ਕੁਝ ਹੋਰ ਗੁਰੂ ਕੇ ਸਿੰਘ ਗਏ, ਦੂਰ ਦੂਰ ਖਿੜ ਕੇ ਮਹਾਰਾਜ ਜੀ ਕੌਤਕ ਕਰ ਰਹੇ ਨੇ। ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨਾਂ ਖੰਭਾਂ ਨੂੰ ਜਿਸ ਵੇਲੇ ਸੰਗਤ ਜੀ ਆਪਣੇ ਬਾਣਾਂ ਦੇ ਨਾਲ ਲਾ ਕੇ ਚਲਾਇਆ, ਤਾਂ ਉਹ ਖੰਭ ਜਿੱਥੋਂ ਆਏ ਸੀ ਉੱਥੇ ਹੀ ਚਲੇ ਗਏ। ਗੁਰਸਿੱਖ ਸਾਰਾ ਦਿਨ ਭਾਲਦੇ ਰਹੇ, ਖੰਭ ਨਾ ਮਿਲੇ। ਜਿਸ ਵੇਲੇ ਆਥਨ ਸੰਧਿਆ ਦਾ ਵਕਤ ਹੋਇਆ, ਮਹਾਰਾਜ ਜੀ ਦਾ ਦੀਵਾਨ ਸਜਿਆ, ਆ ਕੇ ਕਹਿਣ ਲੱਗੇ, ਮਹਾਰਾਜ ਸਾਨੂੰ ਖੰਭ ਨਹੀਂ ਮਿਲੇ। ਕਲਗੀਧਰ ਜੀ ਕਹਿਣ ਲੱਗੇ, ਭਾਈ ਉਹ ਜਿੱਥੋਂ ਆਏ ਸੀ ਉੱਥੇ ਹੀ ਚਲੇ ਗਏ, ਕਿਉਂਕਿ ਜਿਹੜੀ ਚੀਜ਼ ਜਿੱਥੋਂ ਪੈਦਾ ਹੁੰਦੀ ਹੈ ਸੰਗਤ ਜੀ ਨੇ ਉੱਥੇ ਹੀ ਜਾਣਾ ਹੁੰਦਾ ਹੈ। ਇਸ ਪ੍ਰਕਾਰ ਅਸੀਂ ਕਹੋ ਕਬੀਰ ਤੂੰ ਰਾਮ ਕੀ ਅੰਸ਼, ਅਸੀਂ ਵੀ ਭਾਈ ਰਾਮ ਵਾਹਿਗੁਰੂ ਦੀ ਅੰਸ਼ ਹਾਂ, ਅਤੇ ਫਿਰ ਅਸੀਂ ਵਾਹਿਗੁਰੂ ਦੇ ਕੋਲ ਕਿਵੇਂ ਜਾਵਾਂਗੇ, ਕਿਵੇਂ ਮਿਲਾਂਗੇ? ਸਤਿਗੁਰੂ ਜੀ ਕਹਿੰਦੇ ਜਿਹੜੀ ਇਹ ਬਾਣੀ ਹੈ ਅਕਾਲੀ ਬਾਣੀ, ਇਹ ਅਕਾਲ ਪੁਰਖ ਦੇ ਦਰ ਤੋਂ ਆਈ ਹੈ, ਕਿਉਂਕਿ ਸਤਿਗੁਰੂ ਸਾਹਿਬ ਦੇ ਬਚਨ ਨੇ ਧੁਰ ਕੀ ਬਾਣੀ ਆਈ, ਤੁਰੋਂ ਦਰਗਾਹ ਤੋਂ ਸੱਚਖੰਡ 'ਚੋਂ ਬਾਣੀ ਆਈ ਹੈ। ਅਤੇ ਸੰਗਤ ਜੀ ਫਿਰ ਜੀਵ ਜਿਹੜੀ ਆਤਮ ਹੈ ਉਹ ਵੀ ਸੱਚਖੰਡ 'ਚੋਂ ਆਈ ਹੈ, ਇਹ ਸੱਚਖੰਡ 'ਚ ਹੀ ਲੈ ਜਾਵੇਗੀ। ਤਾਂ ਤੇ ਭਾਈ ਮਹਾਰਾਜ ਜੀ ਕਹਿੰਦੇ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹ ਲਓ ਕਿ ਜਿਸ ਵੇਲੇ ਸਤਿਗੁਰੂ ਜੀ ਸੰਗਤ ਇਸ ਬਾਣੀ ਨੂੰ ਉਚਾਰਦੇ ਸਨ, ਮਹਾਰਾਜ ਜੀ ਵੀ ਜਿਸ ਵੇਲੇ ਬਾਣੀ ਉਚਾਰਨ ਲੱਗਦੇ, ਭਾਈ ਮਰਦਾਨੇ ਨੂੰ ਕਹਿੰਦੇ, ਭਾਈ ਮਰਦਾਨੇ ਰਬਾਬ ਸ਼ੁਰੂ ਕਰ। ਉਹ ਸੱਚਖੰਡ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਆਈ ਹੈ ਆਕਾਸ਼ ਵੱਲ ਉਂਗਲ ਕਰਕੇ, ਕਿਉਂਕਿ ਆਕਾਸ਼ ਤੇ ਇੱਕ ਤੱਤ ਹੈ, ਇਹ ਤੋਂ ਵੀ ਅੱਗੇ ਕੋਈ ਸੱਚਖੰਡ ਹੈ। ਮਹਾਰਾਜ ਜੀ ਕਹਿੰਦੇ ਸੱਚਖੰਡ ਵਸੈ ਨਿਰੰਕਾਰ, ਉਸ ਨਿਰੰਕਾਰ 'ਚੋਂ ਭਾਈ ਆਤਮਾ ਆਈ ਹੈ। ਤਾਂ ਤੇ ਜਿਹੜੇ ਸੰਗਤ ਜੀ ਬਾਣੀ ਨਾਲ ਜੁੜ ਜਾਣਗੇ, ਉਹ ਵੀ ਭਾਈ ਜਾ ਕੇ ਆਪਣੇ ਸਾਖੀ ਨੂੰ, ਆਪਣੇ ਜੀ ਤੋਂ ਪੈਦਾ ਹੋਏ ਆਪਾਂ ਉਹਦੇ ਨਾਲ ਮਿਲ ਜਾਣਗੇ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ। ਇੱਥੇ ਸ਼ਲੋਕ ਦੀ ਸਮਾਪਤੀ ਹੈ। ਗੁਰੂ ਸਾਹਿਬ ਮਹਾਰਾਜ ਜਿਹੜਾ ਉਪਦੇਸ਼ ਬਖਸ਼ਿਆ ਹੈ, ਸੱਚੇ ਪਾਤਸ਼ਾਹ ਰਹਿਮਤ ਕਰਕੇ ਆਪਣੀ ਹਿਰਦੇ 'ਚ ਵਸਾਉਣ ਦਾ ਮਹਾਰਾਜ ਜੀ ਕਿਰਪਾ ਕਰਨ। ਆਓ ਆਨੰਦ ਸਾਹਿਬ ਦੇ ਸੰਗਤ ਜੀ ਜਾਪ ਕਰਕੇ ਫਿਰ ਗੁਰੂ ਚਰਨਾਂ ਵਿੱਚ ਅਰਦਾਸ ਵਿੱਚ ਜੁੜੀਏ। ਪਾਂਚ ਤੱਤ ਕੋ ਤਨ ਰਚਿਓ, ਜਨ ਹੋ ਚਤੁਰ ਸੁਜਾਨ, ਜਿਹ ਤੇ ਉਪਜਿਓ ਨਾਨਕ, ਲੀਨ ਤਹੇ ਮਹਿਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।